Today we are going to discuss the laws of limiting friction. Limiting friction ਜਿਹੜੀ ਹੈ ਸਾਡੀ static value ਜਿਹੜੀ limiting friction ਦੀ ਉਹਦੇ laws ਨੂੰ ਅਸੀਂ discuss ਕਰਾਂਗੇ. Now the first law is the limiting friction is an opposing force. ਜਿਹੜੀ ਸਾਡੀ force of friction ਹੈ ਉਹ ਸਾਨੂੰ ਪਤਾ ਹੈ ਕਿ ਇਹ ਇੱਕ opposing force ਹੈ. ਇਹਨੇ ਹਮੇਸ਼ਾ ਬੋਡੀ ਦੀ ਮੋਸ਼ਨ ਨੂੰ ਰਿਟਾਰਡ ਹੀ ਕਰਨਾ ਹੈ. ਪਹਿਲਾ law, the force of friction is an opposing force which always act tangential to the surface of contact of two bodies. ਹਮੇਸ਼ਾ ਇਹ ਬੋਡੀ ਦੇ ਜਿਹੜੇ ਦੋ ਸਰਫੇਸਿਸ ਜਿੱਥੇ ਆਪਸ ਵਿੱਚ ਕੰਟੈਕਟ ਹੁੰਦਾ ਹੈ ਉੱਥੇ ਹੀ ਇਹ ਐਕਟ ਕਰਦੀ ਹੈ. ਇਹਦੇ ਬਾਰੇ ਅਸੀਂ ਬੇਟਾ ਪਹਿਲੇ ਲੈਕਚਰ ਦੇ ਵਿੱਚ ਹੀ ਆਪਾਂ ਸਟੱਡੀ ਕਰ ਲਿਆ ਸੀਗਾ ਕਿ ਫੋਰਸ ਆਫ ਫ੍ਰਿਕਸ਼ਨ ਆਲਵੇਜ਼ ਐਕਟ ਪੈਰਲਲ ਜਾਂ ਟੈਂਜੈਂਸ਼ੀਅਲ ਟੂ ਦਾ ਸਰਫੇਸਿਸ ਆਫ ਕੰਟੈਕਟ. ਪਹਿਲਾ ਲਾਅ ਤੇ ਸਿਰਫ ਡੈਫੀਨੇਸ਼ਨ ਹੀ ਲਿਖੀ ਆਪਾਂ ਕਿ ਇਹ ਇੱਕ ਆਪੋਜ਼ਿੰਗ ਫੋਰਸ ਹੈ ਤੇ ਹਮੇਸ਼ਾ ਬੋਡੀ ਦੀ ਮੋਸ਼ਨ ਦੇ ਆਪੋਜ਼ਿਟ ਹੋਏਗੀ ਤੇ ਇਹ ਹਮੇਸ਼ਾ ਜਿਹੜੀ ਸਰਫੇਸ ਆਫ ਕੰਟੈਕਟ ਦੇ ਟੈਂਜੈਂਸ਼ੀਅਲ ਹੋਏਗੀ. ਨਾਓ the second law is the limiting friction is directly proportional to, ਇਹ ਧਿਆਨ ਰੱਖਣਾ ਹੈ, the limiting friction is directly proportional to the normal reaction. ਜਿਹੜੀ ਸਾਡੀ limiting friction ਹੈ ਉਹ normal reaction ਦੇ ਉੱਪਰ ਡਿਪੈਂਡ ਕਰਦੀ ਹੈ. ਆਓ ਇਸ ਨੂੰ ਸਟੱਡੀ ਕਰੀਏ. ਮੰਨ ਲਓ ਕਿ ਇਹ ਸਾਡੇ ਕੋਲ ਇੱਕ ਕੋਈ ਸਰਫੇਸ ਹੈ. ਇਸ ਸਰਫੇਸ ਦੇ ਉੱਪਰ ਸਾਡੇ ਕੋਲ ਇੱਕ ਕੋਈ ਵੀ ਬੋਡੀ ਹੈ, ਕੋਈ ਵੁਡਨ ਬਲੌਕ ਹੈ ਉਹ ਪਿਆ ਹੈ. ਇਸ ਬੋਡੀ ਦਾ ਸਾਰਾ weight ਜਿਹੜਾ ਹੋਏਗਾ it will be vertically downward. weight ਨੂੰ ਅਸੀਂ ਕਾਹਦੇ ਨਾਲ ਡਿਨੋਟ ਕਰਦੇ ਹਾਂ? mg. weight is a force. ਤੇ ਜਦੋਂ ਇਹਨੇ ਸਾਰਾ weight ਇਸ ਸਰਫੇਸ ਉੱਪਰ ਪਾਤਾ ਤੇ ਨਿਊਟਨ ਥਰਡ ਲਾਅ ਦੇ ਅਕੋਰਡਿੰਗ ਜਿਹੜਾ ਸਰਫੇਸ ਹੈ it will provide the normal reaction. ਇਹ ਸਾਡਾ ਜਿਹੜਾ ਹੋਏਗਾ normal reaction ਹੋਏਗਾ. ਇਹ ਦੋਨੋਂ ਆਪਸ ਵਿੱਚ ਬੇਟਾ ਇਕੁਅਲ ਹੁੰਦੇ ਆ ਤੇ ਆਪੋਜ਼ਿਟ ਹੁੰਦੇ ਆ. ਜਿੰਨਾ weight ਹੁੰਦਾ ਹੈ ਓਨਾ ਹੀ ਸਾਨੂੰ ਜਿਹੜਾ ਹੈ normal reaction ਜਿਹੜਾ ਹੈ ਉਹ ਮਿਲਦਾ ਹੈ. ਪਰ ਇਹ ਸਰਫੇਸ ਹੌਰੀਜੈਂਟਲ ਹੋਣਾ ਚਾਹੀਦਾ ਹੈ. ਧਿਆਨ ਰੱਖਣਾ ਹੈ ਹੌਰੀਜੈਂਟਲ ਸਰਫੇਸ ਵਾਸਤੇ ਨਾਰਮਲ ਰਿਐਕਸ਼ਨ ਦੀ ਵੈਲਿਊ ਕਿਹਦੇ ਇਕੁਅਲ ਹੋਏਗੀ? mg ਦੇ ਇਕੁਅਲ. ਮੈਂ ਇੱਥੇ ਲਿਖ ਦਿੰਦਾ ਕਿ ਜਿਹੜੀ ਸਾਡੀ r ਦੀ ਵੈਲਿਊ ਹੈ it is equal to mg. ਪਰ ਕਦੋਂ? ਜਦੋਂ ਸਾਡਾ ਸਰਫੇਸ ਜਿਹੜਾ ਹੈ ਬਿਲਕੁਲ ਹੌਰੀਜੈਂਟਲ ਹੈ. ਨਾਓ ਜੇ ਮੈਂ ਇੱਥੇ ਅਪਲਾਈਡ ਫੋਰਸ ਲਗਾਵਾਂ, ਉਧਰ ਨੂੰ ਖਿੱਚਣ ਦੀ ਕੋਸ਼ਿਸ਼ ਕਰਾਂ ਤੇ ਤੁਹਾਨੂੰ ਪਤਾ ਹੈ ਬੇਟਾ ਫ੍ਰਿਕਸ਼ਨ ਇਧਰ ਨੂੰ ਪੈਦਾ ਹੋਏਗੀ. ਫ੍ਰਿਕਸ਼ਨ ਇੱਥੇ ਸ਼ੋ ਕਰੀਦੀ ਹੈ. ਫ੍ਰਿਕਸ਼ਨ ਸਾਡੀ ਆ ਹੋਗੀ, ਮੰਨ ਲਓ ਲਿਮਿਟਿੰਗ ਫ੍ਰਿਕਸ਼ਨ ਆ ਗਈ ਹੈ. ਨਾਓ ਜੇ ਅਸੀਂ ਇਹਦੇ ਉੱਪਰ ਕੋਈ weight ਰੱਖ ਦਈਏ, ਮੰਨ ਲਓ ਵੀ ਇੱਥੇ ਮੈਂ weight ਰੱਖ ਦਿੱਤਾ, ਉੱਤੇ ਬੋਡੀ ਉੱਪਰ weight ਰੱਖਤਾ, ਫਿਰ ਕੀ ਹੋਏਗਾ? ਜਦੋਂ ਅਸੀਂ weight ਰੱਖ ਦਾਂਗੇ ਤੇ ਇਹ ਸਾਡਾ weight ਵੱਧ ਜਾਏਗਾ. ਜਦੋਂ weight ਵੱਧ ਗਿਆ ਤੇ ਸਾਡਾ ਨਾਰਮਲ ਰਿਐਕਸ਼ਨ ਵੱਧ ਜਾਏਗਾ. ਤੇ ਤੁਸੀਂ ਦੇਖੋਗੇ ਪਹਿਲਾਂ ਜਦੋਂ ਬੋਡੀ ਨੂੰ ਮੂਵ ਕਰਾਉਣ ਵਾਸਤੇ ਫੋਰਸ ਲਗਾਣੀ ਪੈ ਰਹੀ ਸੀ, ਮੰਨ ਲਓ F, ਤੇ ਜੇ ਹੁਣ ਅਸੀਂ ਉਹਨੂੰ ਮੂਵ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੇ ਸਾਨੂੰ ਪਹਿਲਾਂ ਨਾਲੋਂ ਜ਼ਿਆਦਾ ਫੋਰਸ ਜਿਹੜੀ ਹੈ ਉਹ ਲਗਾਣੀ ਪਏਗੀ. ਕਈ ਵਾਰੀ ਬੇਟਾ ਤੁਸੀਂ ਦੇਖਿਆ ਵੀ ਅਲਮੀਰਾ ਹੈ ਸਾਡੀ, ਅਸੀਂ ਉਹਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਆਪਾਂ ਉਹਨੂੰ ਸ਼ਿਫਟ ਕਰਨਾ ਹੈ ਤੇ ਅਸੀਂ ਕੀ ਕਰਦੇ ਹਾਂ ਕਿ ਇਹੀ ਕਹਿੰਦੇ ਆ ਕਿ ਪਹਿਲਾਂ ਉਹਨੂੰ ਖਾਲੀ ਕਰ ਦਿਓ. ਅਸੀਂ ਖਾਲੀ ਕਿਉਂ ਕਰਦੇ ਆ? ਖਾਲੀ ਕਰਨ ਦਾ ਮਤਲਬ ਹੈ ਕਿ ਵਿੱਚੋਂ weight ਕੱਢ ਲਓ, weight ਘਟ ਜਾਏਗਾ. weight ਘਟਣ ਦੇ ਨਾਲ ਸਾਡੀ ਜਿਹੜੀ ਹੈ ਉਹ ਘੱਟ ਫੋਰਸ ਦੇ ਨਾਲ ਉਹ ਮੂਵ ਕਰ ਜਾਏਗਾ. ਤੇ ਜੇ ਅਸੀਂ weight ਵਧਾ ਦਾਂਗੇ, weight ਵਧਣ ਦੇ ਨਾਲ ਨਾਰਮਲ ਐਕਸ਼ਨ ਵਧੇਗਾ ਤੇ ਉਹਦੇ ਵਾਸਤੇ ਸਾਨੂੰ ਜ਼ਿਆਦਾ ਫੋਰਸ ਲਗਾਣੀ ਪਏਗੀ ਕਿਉਂਕਿ ਸਾਡੀ ਫ੍ਰਿਕਸ਼ਨ ਦੀ ਵੈਲਿਊ ਜਿਹੜੀ ਹੈ ਉਹ ਵੱਧ ਜਾਂਦੀ ਹੈ. ਇਹਦਾ ਮਤਲਬ the limiting friction is directly proportional to the normal reaction. That is FL, limiting friction is directly proportional to R. Greater the value of R,
ਜਿੰਨਾ r ਜ਼ਿਆਦਾ ਹੋਏਗਾ ਓਨੀ ਸਾਡੀ ਜਿਹੜੀ ਹੈ ਲਿਮਟਿੰਗ ਫ੍ਰਿਕਸ਼ਨ ਦੀ ਵੈਲਿਊ ਵੀ ਜਿਹੜੀ ਹੈ ਉਹ ਜ਼ਿਆਦਾ ਆਏਗੀ। ਗ੍ਰੇਟਰ ਦਾ r ਗ੍ਰੇਟਰ ਵਿਲ ਬੀ ਦਾ fl। ਹੁਣ r ਕਿਹਦੇ ਉੱਤੇ ਡਿਪੈਂਡ ਕਰਦਾ ਹੈ? r ਸਾਡਾ ਡਿਪੈਂਡ ਕਰਦਾ ਹੈ weight ਦੇ ਉੱਪਰ, mg ਦੇ ਉੱਪਰ ਡਿਪੈਂਡ ਕਰਦਾ ਹੈ। ਤਾਂ ਗ੍ਰੇਟਰ ਦਾ weight ਗ੍ਰੇਟਰ ਦਾ r, ਜੇ r ਵਧੇਗਾ ਤਾਂ ਸਾਡੀ ਫ੍ਰਿਕਸ਼ਨ ਦੀ ਵੈਲਿਊ ਵੀ ਜਿਹੜੀ ਹੈ ਉਹ ਵਧੇਗੀ। ਤੇ ਜੇ ਮੈਂ ਇਹਦੇ ਉੱਤੇ ਇੱਕ ਹੋਰ weight ਰੱਖ ਦਵਾਂ ਤੇ ਤੁਸੀਂ ਦੇਖੋਗੇ r ਵੱਧ ਗਿਆ ਹੋਰ ਤੇ ਫ੍ਰਿਕਸ਼ਨ ਵੀ ਸਾਨੂੰ ਜਿਹੜਾ ਹੈ ਉਹ ਜ਼ਿਆਦਾ ਹੋ ਜਾਏਗੀ, ਜ਼ਿਆਦਾ ਫੋਰਸ ਲਗਾ ਕੇ ਬਾਡੀ ਨੂੰ ਜਿਹੜਾ ਹੈ ਮੂਵ ਕਰਾਉਣਾ ਪਏਗਾ। ਤੇ ਜਦੋਂ ਅਸੀਂ ਇੱਥੋਂ ਪ੍ਰੋਪੋਰਸ਼ਨਲ ਦਾ ਸਾਈਨ ਹਟਾਉਂਦੇ ਆ ਤੇ ਇਕੁਅਲ ਲਗਾ ਕੇ ਅਸੀਂ ਲਗਾਇਆ ਇੱਥੇ ਮਿਊ, that mu ਜਿਹੜਾ constant of proportionality ਹੈ, it is called coefficient of limiting friction। ਇਹਨੂੰ ਅਸੀਂ ਬੋਲਦੇ ਆ coefficient of limiting friction। limiting friction ਦੀ ਜਿਹੜੀ ਹੈ ਉਹ ਵੈਲਿਊ ਬਾਰੇ ਸਾਨੂੰ ਦੱਸੇਗਾ ਕਿ ਫ੍ਰਿਕਸ਼ਨ ਜ਼ਿਆਦਾ ਹੈ ਕਿ ਨਹੀਂ। that is called coefficient of limiting friction। now I think ਕਿ ਤੁਹਾਨੂੰ ਇਹ ਦੋ laws ਜਿਹੜੇ ਨੇ ਇਹ ਕਲੀਅਰ ਹੋ ਗਏ। ਪਹਿਲਾ law ਤੇ ਜਸਟ ਡੈਫੀਨੇਸ਼ਨ ਹੀ ਹੈ ਫ੍ਰਿਕਸ਼ਨ ਦੀ ਕਿ ਅਪੋਜ਼ਿੰਗ ਫੋਰਸ ਹੈ, ਤੇ ਦੂਜਾ law ਕਹਿੰਦਾ ਹੈ ਕਿ ਫ੍ਰਿਕਸ਼ਨ ਨਾਰਮਲ ਰਿਐਕਸ਼ਨ ਦੇ ਉੱਤੇ ਡਾਇਰੈਕਟਲੀ ਡਿਪੈਂਡ ਕਰਦੀ ਹੈ। ਤੇ ਸਾਡੇ ਕੋਲ ਆ ਗਿਆ mu is equal to, ਜੇ ਇਹਦੇ ਵਿੱਚੋਂ ਅਸੀਂ mu ਦੀ ਵੈਲਿਊ ਨਿਕਾਲੀਏ ਤੇ ਸਾਡੇ ਕੋਲ ਕਿੰਨਾ ਆਏਗਾ? ਉੱਪਰ fl ਤੇ ਥੱਲੇ ਆ ਜਾਏਗਾ ਸਾਡੇ ਕੋਲ r। now coefficient of limiting friction is the ratio of, ਇਹ ਸਾਡੀ ਬੇਟਾ ਰੇਸ਼ੋ ਬਣ ਗਈ। coefficient of limiting friction is the ratio of limiting friction to the normal reaction। limiting friction ਨੂੰ normal reaction ਦੇ ਨਾਲ ਡਿਵਾਈਡ ਕਰ ਦੋਗੇ ਤੇ ਸਾਡੇ ਕੋਲ ਜਿਹੜਾ ਹੈ coefficient of limiting friction ਆ ਜਾਏਗਾ। how to calculate mu? limiting friction divided by normal reaction। ਇਸ ਤਰ੍ਹਾਂ ਤੁਸੀਂ ਯਾਦ ਕਰਨਾ ਹੈ, it is the limiting, ਤੁਹਾਡੇ ਕੋਲ ਆ ਗਿਆ friction divided by, ਸਾਡੇ ਕੋਲ ਆ ਜਾਏਗਾ normal reaction। normal reaction ਨੂੰ ਡਿਵਾਈਡ ਕਰ ਦੋ, ਡੈਫੀਨੇਸ਼ਨ ਤੁਸੀਂ ਬਣਾ ਸਕਦੇ ਹੋ। or you can also write it is fl divided by mg। ਇਹ ਵੀ ਸਾਡੇ ਕੋਲ ਫਾਰਮੂਲਾ ਬਣ ਜਾਏਗਾ ਬਿਕੋਜ਼ r ਦੀ ਵੈਲਿਊ ਕਿੰਨੀ ਹੁੰਦੀ ਹੈ? weight ਦੇ ਇਕੁਅਲ, ਜਦੋਂ ਸਰਫੇਸ ਸਾਡੇ ਕੋਲ ਕਿਹੜਾ ਹੈਗਾ? ਹੋਰੀਜ਼ੋਨਟਲ। ਤੇ ਜੇ ਸਰਫੇਸ ਹੋਰੀਜ਼ੋਨਟਲ ਨਾ ਹੋਵੇ, ਇਨ ਕੇਸ ਮੰਨ ਲਓ ਇਨਕਲਾਈਨਡ ਹੈ, ਉਦੋਂ ਮੈਂ ਜਿਹੜਾ ਹੈ ਨੈਕਸਟ ਟੌਪਿਕ ਦੇ ਵਿੱਚ ਆਪਾਂ ਉਹਨੂੰ ਡਿਸਕਸ ਕਰਾਂਗੇ, ਉਦੋਂ r ਦੀ ਵੈਲਿਊ ਸਾਡੀ ਕਿੰਨੀ ਹੁੰਦੀ ਹੈ। ਨਾਓ ਆਈ ਥਿੰਕ ਕਿ ਤੁਹਾਨੂੰ ਜਿਹੜਾ ਹੈ ਦੋ ਲਾਜ਼ ਜਿਹੜੇ ਨੇ ਇਹ ਤੁਹਾਨੂੰ ਕਲੀਅਰ ਹੋ ਗਏ। ਇਥੋਂ ਤੁਹਾਨੂੰ ਪਤਾ ਲੱਗ ਗਿਆ ਬੇਟਾ ਕਿ ਮਿਊ ਨੂੰ ਬੋਲਦੇ ਆ ਕੋਐਫੀਸ਼ੀਐਂਟ ਆਫ ਲਿਮਿਟਿੰਗ ਫ੍ਰਿਕਸ਼ਨ, ਤੇ ਮਿਊ ਦਾ ਕੋਈ ਯੂਨਿਟ ਨਹੀਂ ਹੈ, ਇਹਦਾ ਕੋਈ ਵੀ ਯੂਨਿਟ ਨਹੀਂ ਹੋਏਗਾ। ਕਿਉਂ ਨਹੀਂ ਹੈ? ਉੱਪਰ ਫੋਰਸ ਕੱਚ ਨਿਊਟਨ ਚ, ਤੇ ਥੱਲੇ weight is also a force। ਇਹ ਵੀ ਫੋਰਸ ਹੈ, ਇਹ ਵੀ ਫੋਰਸ। ਨਿਊਟਨ ਨੂੰ ਜਦੋਂ ਨਿਊਟਨ ਨਾਲ ਡਿਵਾਈਡ ਕਰ ਦਿੱਤਾ ਤੇ ਉਹ ਤੇ ਕੈਂਸਲ ਹੋ ਗਏ। ਇਹਦਾ ਮਤਲਬ ਹੈ ਕਿ ਜਿਹੜਾ ਮਿਊ ਹੈ ਇੱਕ ਜਸਟ ਇੱਕ ਨੰਬਰ ਹੈ, ਇਹਦਾ ਕੋਈ ਵੀ ਯੂਨਿਟ ਜਿਹੜਾ ਹੈ ਨਹੀਂ ਹੈ, ਤੇ ਨਾ ਹੀ ਇਹਦੀ ਕੋਈ ਜਿਹੜੀ ਹੈ ਡਾਈਮੈਂਸ਼ਨ ਆਏਗੀ ਕੋਐਫੀਸ਼ੀਐਂਟ ਆਫ ਲਿਮਿਟਿੰਗ ਫ੍ਰਿਕਸ਼ਨ ਦੀ। ਨਾਓ ਸਾਡੇ ਕੋਲ ਬਾਕੀ ਜਿਹੜੇ ਨੇ ਸਾਡੇ ਦੋ ਲਾਜ਼ ਜਿਹੜੇ ਨੇ ਉਹ ਹੋਰ ਰਹਿ ਗਏ ਨੇ। ਆਓ ਪਹਿਲਾਂ ਉਹਨਾਂ ਲਾਜ਼ ਨੂੰ ਅਸੀਂ ਜਿਹੜਾ ਹੈ ਲਿਖ ਲੈਂਦੇ ਆ, ਫਿਰ ਅਸੀਂ ਉਸ ਨੂੰ ਜਿਹੜਾ ਡਿਸਕਸ ਕਰਾਂਗੇ। Now, the third law is the limiting friction depends on the nature of surfaces in contact and their state of polish। ਜਿਹੜੀ ਲਿਮਿਟਿੰਗ ਫ੍ਰਿਕਸ਼ਨ ਹੈ ਉਹ ਡਿਪੈਂਡ ਕਰਦੀ ਹੈ ਕਿ ਕਿਸ ਤਰ੍ਹਾਂ ਦੇ ਸਰਫੇਸਿਸ ਜਿਹੜੇ ਨੇ ਆਪਸ ਵਿੱਚ ਜਿਹੜੇ ਉਹਨਾਂ ਦਾ ਕੰਟੈਕਟ ਹੋ ਰਿਹਾ। ਨੇਚਰ ਆਫ ਦਾ ਸਰਫੇਸਿਸ ਦੇ ਉੱਪਰ ਵੀ ਜਿਹੜੀ ਹੈ ਫ੍ਰਿਕਸ਼ਨ ਡਿਪੈਂਡ ਕਰਦੀ ਹੈ। ਫੋਰ ਐਗਜ਼ਾਮਪਲ, ਜੇਕਰ ਅਸੀਂ ਗੱਲ ਕਰੀਏ ਰਬੜ ਤੇ ਕੰਕਰੀਟ, ਰਬੜ ਤੇ ਕੰਕਰੀਟ ਦੇ ਵਿੱਚ ਫ੍ਰਿਕਸ਼ਨ ਹੋਰ ਹੋਏਗੀ। ਜਿਵੇਂ ਸਾਰੇ ਟਾਇਰ ਨੇ ਉਹ ਰਬੜ ਦੇ ਹੁੰਦੇ ਨੇ, ਥੱਲੇ ਜਿਹੜੀ ਸੜਕ ਹੈ ਰੋਡ ਸਾਡੀ ਜਿਹੜੀ ਕੰਕਰੀਟ ਦੀ ਹੈ
ਉੱਥੇ ਕੰਟੈਕਟ ਹੁੰਦਾ ਹੈ ਰਬੜ ਦਾ ਕੰਕਰੀਟ ਦੇ ਨਾਲ। ਇੱਥੇ ਫ੍ਰਿਕਸ਼ਨ ਜਿਹੜੀ ਹੈ ਇਹਦੀ ਵੈਲਿਊ ਡਿਫਰੈਂਟ ਹੋਏਗੀ ਕਿਹਦੇ ਮੁਕਾਬਲੇ, ਜਿੱਥੇ ਆਇਰਨ ਦਾ ਤੇ ਕੰਕਰੀਟ ਦਾ ਕੰਟੈਕਟ ਹੋਏਗਾ। ਮੰਨ ਲਓ ਅਸੀਂ ਜਿਹੜਾ ਰਬੜ ਦੇ ਟਾਇਰ ਉਤਾਰ ਦਿੰਨੇ ਆ, ਬਾਕੀ ਉਹ ਜਿਹੜਾ ਸਾਈਕਲ ਦਾ ਜਿਹੜਾ ਵੀਲ ਦਾ ਰਿਮ ਹੈ ਉਹਦਾ ਕੰਟੈਕਟ ਜੇਕਰ ਥੱਲੇ ਗਰਾਊਂਡ ਨਾਲ ਕਰੀਏ, ਉਦੋਂ ਆਇਰਨ ਤੇ ਕੰਕਰੀਟ ਤੇ ਰਬੜ ਤੇ ਕੰਕਰੀਟ ਜਦੋਂ ਨੇਚਰ ਆਫ ਸਰਫੇਸ ਚੇਂਜ ਹੋ ਜਾਏਗੀ ਤੇ ਫ੍ਰਿਕਸ਼ਨ ਦੀ ਵੈਲਿਊ ਜਿਹੜੀ ਹੈ ਉਹ ਚੇਂਜ ਹੋ ਜਾਂਦੀ ਹੈ। ਤੁਸੀਂ ਬੇਟਾ ਆ ਵੀ ਦੇਖਿਆ ਹੋਏਗਾ ਕਿ ਸਾਡੇ ਕੋਲ ਆਇਰਨ ਦੇ ਵਿੱਚ ਵੀ ਫ੍ਰਿਕਸ਼ਨ ਹੁੰਦੀ ਹੈ। ਜਿਸ ਤਰ੍ਹਾਂ ਅਸੀਂ ਜੇ ਟ੍ਰੇਨ ਦੀ ਗੱਲ ਕਰੀਏ, ਟ੍ਰੇਨ ਦੇ ਜਿਹੜੇ ਥੱਲੇ ਵੀਲਸ ਨੇ ਤੁਸੀਂ ਦੇਖਿਆ ਉਹ ਬਿਲਕੁਲ ਆਇਰਨ ਦੇ, ਤੇ ਜਿਹੜੇ ਥੱਲੇ ਰੇਲ ਹੈ ਉਹ ਵੀ ਸਾਡੀ ਜਿਹੜੀ ਪਟਰੀ ਹੈ ਉਹ ਵੀ ਆਇਰਨ ਦੀ ਹੈ। ਆਇਰਨ ਦੇ ਵਿੱਚ ਵੀ ਫ੍ਰਿਕਸ਼ਨ ਹੈ, ਰਬੜ ਤੇ ਕੰਕਰੀਟ ਵਿੱਚ ਵੀ ਫ੍ਰਿਕਸ਼ਨ ਹੈ, ਆਇਰਨ ਤੇ ਕੰਕਰੀਟ ਵਿੱਚ ਵੀ ਹੋ ਸਕਦੀ ਹੈ। ਕਹਿਣ ਦਾ ਮਤਲਬ ਜਿਹੜੇ ਦੋ ਸਰਫੇਸਿਸ ਆਪਸ ਵਿੱਚ ਕੰਟੈਕਟ 'ਚ ਨੇ ਉਹਨਾਂ ਦੀ ਨੇਚਰ ਦੇ ਉੱਪਰ ਜਿਹੜੀ ਹੈ ਉਹ ਫ੍ਰਿਕਸ਼ਨ ਜਿਹੜੀ ਸਾਡੀ ਉਹ ਡਿਪੈਂਡ ਕਰਦੀ ਹੈ। ਆਇਰਨ ਦੇ ਵਿੱਚ ਫ੍ਰਿਕਸ਼ਨ ਬਹੁਤ ਘੱਟ ਹੁੰਦੀ ਹੈ। ਤੁਸੀਂ ਦੇਖਿਆ ਕਿ ਟ੍ਰੇਨ ਜਿਹੜੀ ਹੈ ਬਹੁਤ ਫਾਸਟ ਚੱਲਦੀ ਹੈ ਕਿਉਂਕਿ ਆਇਰਨ ਦੇ ਵਿੱਚ ਫ੍ਰਿਕਸ਼ਨ ਜਿਹੜੀ ਹੈ ਘੱਟ ਹੈ ਐਸ ਕੰਪੇਅਰ ਟੂ ਟਾਇਰ ਮਤਲਬ ਰਬੜ ਐਂਡ ਦੀ ਕੰਕਰੀਟ। ਪਰ ਜੇ ਅਸੀਂ ਰਬੜ ਵੀ ਉਹ ਟਾਇਰ ਉਤਾਰ ਦਈਏ ਤੇ ਜੇ ਕੱਲਾ ਰਿਮ ਰੱਖੀਏ ਤੇ ਰਿਮ ਕੱਲਾ ਤੁਸੀਂ ਚਲਾ ਕੇ ਦੇਖੋ ਚੱਲੇਗਾ ਨਹੀਂ ਰੋਡ ਉੱਪਰ, ਕਾਰਨ ਆਇਰਨ ਤੇ ਕੰਕਰੀਟ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹੈ ਸਾਡੀ ਉਹ ਫ੍ਰਿਕਸ਼ਨ ਦੀ ਵੈਲਿਊ ਹੁੰਦੀ ਹੈ। ਦੂਸਰਾ, ਇਟ ਆਲਸੋ ਡਿਪੈਂਡ ਅਪਨ देयर ਸਟੇਟ ਆਫ ਪੋਲਿਸ਼। ਉਹ ਬੇਟਾ ਪੋਲਿਸ਼ ਦੇ ਉੱਪਰ ਵੀ ਡਿਪੈਂਡ ਕਰਦੀ ਹੈ। ਜੇਕਰ ਸਰਫੇਸ ਵੈਲ ਪੋਲਿਸ਼ ਹੈ ਫਿਰ ਫ੍ਰਿਕਸ਼ਨ ਜਿਹੜੀ ਹੈ ਉਹ ਘੱਟ ਹੋਏਗੀ। ਇਹ ਤੁਸੀਂ ਆਲਰੇਡੀ ਆਪ ਵੀ ਕੋਈ ਨਾ ਕੋਈ ਡੇਲੀ ਲਾਈਫ ਦੇ ਵਿੱਚ ਤੁਸੀਂ ਸਟੱਡੀ ਕੀਤਾ ਹੈ। ਮੰਨ ਲਓ ਕਿ ਸਾਡੇ ਕੋਲ ਕੈਰਮ ਬੋਰਡ ਹੈ। ਜੇ ਕੈਰਮ ਬੋਰਡ ਦੇ ਉੱਤੇ ਤੁਸੀਂ ਕੁਆਇਨਸ ਜਦੋਂ ਰੱਖਦੇ ਜੇ ਤੇ ਖੇਡਦੇ ਜੇ ਤੇ ਤੁਸੀਂ ਪਹਿਲਾਂ ਜ਼ਰੂਰ ਉਹਦੇ ਉੱਤੇ ਪਾਊਡਰ ਪਾਉਂਦੇ ਜੇ। ਜਦੋਂ ਤੁਸੀਂ ਉਹਦੇ ਉੱਤੇ ਪਾਊਡਰ ਪਾਉਂਦੇ ਜੇ ਤੇ ਤੁਸੀਂ ਦੇਖਿਆ ਕਿ ਤੁਹਾਡੇ ਕੁਆਇਨਸ ਜਿਹੜੇ ਨੇ ਬਹੁਤ ਫਾਸਟਲੀ ਜਿਹੜੇ ਨੇ ਈਜ਼ੀਲੀ ਮੂਵ ਕਰਦੇ ਨੇ। ਉਹਦਾ ਕਾਰਨ ਜਦੋਂ ਅਸੀਂ ਉੱਤੇ ਪਾਊਡਰ ਲਗਾਇਆ, ਪਾਊਡਰ ਦੇ ਨਾਲ ਸਰਫੇਸ ਜਿਹੜਾ ਹੈ ਬਿਲਕੁਲ ਸਮੂਥ ਹੋ ਜਾਂਦਾ ਹੈ। ਸਮੂਥ ਹੋਣ ਦੇ ਨਾਲ ਫ੍ਰਿਕਸ਼ਨ ਸਾਡੀ ਜਿਹੜੀ ਹੈ ਉਹ ਘਟ ਜਾਂਦੀ ਹੈ। ਤੇ ਜੇ ਅਸੀਂ ਸਾਈਕਲ ਦੀ ਗੱਲ ਕਰੀਏ, ਪੋਲਿਸ਼ਿੰਗ ਕਰਦੇ ਹਾਂ, ਕੋਈ ਕਿਸੇ ਸਰਫੇਸ ਨੂੰ ਅਸੀਂ ਪੋਲਿਸ਼ ਕਰਦੇ ਹਾਂ, ਫਿਰ ਆਟੋਮੈਟਿਕਲੀ ਜਿਹੜੀ ਹੈ ਤੁਹਾਨੂੰ ਪਤਾ ਉਹ ਫ੍ਰਿਕਸ਼ਨ ਜਿਹੜੀ ਹੈ ਉਦੋਂ ਘਟ ਜਾਂਦੀ ਹੈ। ਫ੍ਰਿਕਸ਼ਨ ਪੋਲਿਸ਼ ਦੇ ਉੱਪਰ ਵੀ ਜਿਹੜਾ ਹੈ ਡਿਪੈਂਡ ਕਰਦੀ ਹੈ। ਬਾਕੀ ਅਸੀਂ ਨੈਕਸਟ ਲੈਕਚਰ ਵਿੱਚ ਅਸੀਂ ਡਿਸਕਸ ਕਰਨਾ ਹੈ ਕਿ ਫ੍ਰਿਕਸ਼ਨ ਨੂੰ ਘਟਾਉਣ ਦੇ ਕੀ ਤਰੀਕੇ ਨੇ ਤੇ ਫ੍ਰਿਕਸ਼ਨ ਸਾਨੂੰ ਚਾਹੀਦੀ ਹੈ ਕਿ ਨਹੀਂ ਚਾਹੀਦੀ, ਇਹਦਾ ਨੁਕਸਾਨ ਕੀ ਹੈ, ਇਹਦਾ ਫਾਇਦਾ ਕੀ ਹੈ, ਇਹ ਅਸੀਂ ਆਲਰੇਡੀ ਨੈਕਸਟ ਜਿਹੜੇ ਲੈਕਚਰ ਵਿੱਚ ਉਹ ਆਪਾਂ ਡਿਸਕਸ ਕਰਾਂਗੇ। ਪਰ ਇਹਨਾਂ ਯਾਦ ਰੱਖਣਾ ਹੈ ਕਿ ਫ੍ਰਿਕਸ਼ਨ ਦੀ ਜਿਹੜੀ ਵੈਲਿਊ ਹੈ ਨੇਚਰ ਆਫ ਦਾ ਸਰਫੇਸਿਸ ਇਨ ਕੰਟੈਕਟ ਤੇ ਡਿਪੈਂਡ ਕਰਦੀ ਹੈ ਤੇ ਉਹਨਾਂ ਦੀ ਸਟੇਟ ਆਫ ਪੋਲਿਸ਼ ਉੱਪਰ ਵੀ ਡਿਪੈਂਡ ਕਰਦੀ ਹੈ। ਤੇ ਲਾਸਟ ਜਿਹੜਾ ਤੁਹਾਡਾ ਲਾਅ ਹੈ, the force of limiting friction is independent to the apparent area of contact। ਜਦੋਂ ਅਸੀਂ ਪਿੱਛੇ ਸਟੱਡੀ ਕੀਤਾ ਸੀ, ਜਦੋਂ ਕਾਰਨ ਸਟੱਡੀ ਕੀਤਾ ਫ੍ਰਿਕਸ਼ਨ ਦਾ, ਉਹਦੇ ਚ ਅਸੀਂ ਪੜਿਆ ਸੀ ਕਿ ਜਦੋਂ ਇੱਕ ਬਾਡੀ ਦੂਸਰੀ ਬਾਡੀ ਦੇ ਉੱਪਰ ਇਸ ਤਰ੍ਹਾਂ ਕੰਟੈਕਟ ਚ ਹੁੰਦੀ ਹੈ, ਸਾਨੂੰ ਲੱਗਦਾ ਹੈ ਕਿ ਆ ਪੂਰਾ ਏਰੀਆ ਇਹਦੇ ਨਾਲ ਜੁੜਿਆ ਹੈ ਕਿ ਐਕਚੁਅਲੀ ਹੈ ਕਿ ਇੱਥੋਂ ਉੱਚਾ ਨੀਵਾਂ ਹੈ। ਅਪੀਅਰੈਂਟ ਕੰਟੈਕਟ ਏਰੀਆ ਘੱਟ ਹੈ ਐਕਚੁਅਲ ਕੰਟੈਕਟ ਨਾਲੋਂ। ਤੇ ਫ੍ਰਿਕਸ਼ਨ ਜਿਹੜੀ ਹੈ ਉਹ ਐਪਰੈਂਟ ਏਰੀਆ ਆਫ ਕੰਟੈਕਟ ਤੇ ਡਿਪੈਂਡ ਨਹੀਂ ਕਰਦੀ। ਭਾਵੇਂ ਉਹ ਕੰਟੈਕਟ ਏਰੀਆ ਜ਼ਿਆਦਾ ਹੋ ਜੇ ਤੇ ਭਾਵੇਂ ਕੰਟੈਕਟ ਏਰੀਆ ਘੱਟ ਹੋਵੇ। ਜੇ ਘੱਟ ਹੋਏਗਾ ਕੰਟੈਕਟ ਏਰੀਆ ਫਿਰ ਇਹ ਵਾਲੇ ਬੌਂਡ ਜਿਹੜੇ ਨੇ ਜ਼ਿਆਦਾ ਸਟਰੋਂਗ ਹੋ ਜਾਣਗੇ, ਤੇ ਜੇ ਕੰਟੈਕਟ ਏਰੀਆ ਜ਼ਿਆਦਾ ਹੋ ਜਾਏਗਾ ਫਿਰ ਨੰਬਰ ਆਫ ਕੰਟੈਕਟ ਪੁਆਇੰਟ ਜ਼ਿਆਦਾ ਹੋਣ ਕਰਕੇ ਫ੍ਰਿਕਸ਼ਨ ਦੀ ਵੈਲਿਊ ਫਿਰ ਵੀ ਓਨੀ ਹੀ ਆਏਗੀ। ਜੇ ਕੰਟੈਕਟ ਏਰੀਆ ਘੱਟ ਨੇ, ਇਹ 5 ਦੇ 5 ਜਿਹੜੇ ਬੌਂਡ ਨੇ ਲਾਈਕ ਦਿਸ, ਇਸ ਤਰ੍ਹਾਂ ਕੰਟੈਕਟ ਹੋ ਰਿਹਾ, ਇੱਥੋਂ ਕੰਟੈਕਟ ਨਹੀਂ ਹੋ ਰਿਹਾ, ਇੰਨੇ ਹੀ ਮੰਨ ਲਓ ਕੰਟੈਕਟ ਹੋ ਰਹੇ ਨੇ ਇਸ ਤਰ੍ਹਾਂ, ਫਿਰ ਇਹਨਾਂ ਕਰਕੇ ਜਿਹੜੀ ਫ੍ਰਿਕਸ਼ਨ ਪੈਦਾ ਹੋਏਗੀ ਉਹ ਓਨੀ ਹੀ ਹੋਏਗੀ। ਤੇ ਜੇ ਅਸੀਂ ਚੰਗੇ ਤਰੀਕੇ ਨਾਲ ਕੰਟੈਕਟ ਵੀ ਕਰ ਲਾਂਗੇ ਸੇਮ ਵੈਲਿਊ ਆਏਗੀ, ਪ੍ਰੋਵਾਈਡਡ ਕਿ ਨਾਰਮਲ ਰਿਐਕਸ਼ਨ ਜਿਹੜਾ ਹੈ ਉਹ ਸੇਮ ਰਹਿਣਾ ਚਾਹੀਦਾ ਹੈ। ਕਿਉਂਕਿ ਜੇ ਨਾਰਮਲ ਰਿਐਕਸ਼ਨ ਚੇਂਜ ਹੋ ਗਿਆ ਤੇ ਲਾਅ ਨੰਬਰ ਅਸੀਂ 2 ਪੜਿਆ ਹੁਣੇ ਹੀ ਕਿ ਨਾਰਮਲ ਰਿਐਕਸ਼ਨ ਦੇ ਉੱਤੇ ਤੇ ਫ੍ਰਿਕਸ਼ਨ ਡਿਪੈਂਡ ਕਰਦੀ ਹੈ। ਜੇ ਨਾਰਮਲ ਰਿਐਕਸ਼ਨ ਤੁਸੀਂ ਵਧਾ ਦਿੱਤਾ ਤੇ ਫ੍ਰਿਕਸ਼ਨ ਤੁਹਾਡੀ ਵੱਧ ਜਾਏਗੀ। ਇਹਦਾ ਮਤਲਬ ਜਿੰਨਾ ਚਿਰ ਨਾਰਮਲ ਰਿਐਕਸ਼ਨ ਸੇਮ ਰਹੇਗਾ
ਤੇ ਉਹਨਾਂ ਚਿਰ ਜਿਹੜੀ ਸਾਡੀ ਫ੍ਰਿਕਸ਼ਨ ਦੀ ਵੈਲਿਊ ਹੈ ਲਿਮਟਿੰਗ ਉਹ ਅਪੈਰੈਂਟ ਏਰੀਆ ਆਫ ਕੰਟੈਕਟ ਦੇ ਉਹ ਬਿਲਕੁਲ ਇੰਡੀਪੈਂਡੈਂਟ ਹੋਏਗੀ। ਭਾਵੇਂ ਏਰੀਆ ਆਫ ਕੰਟੈਕਟ ਜ਼ਿਆਦਾ ਹੈ ਭਾਵੇਂ ਘੱਟ ਹੈ, ਉਹਦੀ ਜਿਹੜੀ ਵੈਲਿਊ ਹੈ ਉਹ ਬਿਲਕੁਲ ਹੀ ਜਿਹੜੀ ਸਾਡੀ ਉਹ ਸੇਮ ਰਹੇਗੀ। ਆਈ ਥਿੰਕ ਕਿ ਤੁਹਾਨੂੰ ਇਹ ਚਾਰ ਜਿਹੜੇ ਲਾਜ਼ ਨੇ ਇਹ ਚੰਗੀ ਤਰੀਕੇ ਨਾਲ ਯਾਦ ਹੋਗੇ। ਦੇ ਆਰ ਵੈਰੀ ਵੈਰੀ ਇੰਪੋਰਟੈਂਟ ਫਰੋਮ ਦਾ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ। ਤਕਰੀਬਨ ਪੇਪਰ ਦੇ ਵਿੱਚ ਜਿਹੜਾ 4 ਮਾਰਕਸ ਦਾ ਕੁਐਸਚਨ ਆਂਦਾ ਹੈ, ਸਟੇਟ ਦਾ ਲਾਜ਼ ਆਫ ਲਿਮਟਿੰਗ ਫ੍ਰਿਕਸ਼ਨ। ਲਾਜ਼ ਆਫ ਲਿਮਟਿੰਗ ਫ੍ਰਿਕਸ਼ਨ ਨੂੰ ਅਸੀਂ ਡਿਫਾਈਨ ਕਰਨਾ ਹੈ। ਇਹਦੇ ਵਿੱਚ ਤੁਹਾਨੂੰ ਇੱਕ ਨਵਾਂ ਫਾਰਮੂਲਾ ਪਤਾ ਲੱਗ ਗਿਆ ਮਿਊ ਬਾਰੇ ਕਿ ਮਿਊ ਜਿਹੜਾ ਹੈ ਸਾਡਾ ਕੋਐਫੀਸ਼ੀਐਂਟ ਆਫ ਲਿਮਟਿੰਗ ਫ੍ਰਿਕਸ਼ਨ ਹੈ ਤੇ ਕੋਈ ਇਹਦਾ ਯੂਨਿਟ ਨਹੀਂ ਹੈ। ਨਾਓ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਜਿਹੜਾ R ਹੈ ਇਹ ਬੇਟਾ ਲਾਜ਼ ਮੇਰੇ ਇੱਥੇ ਕੰਪਲੀਟ ਹੋ ਗਏ ਨੇ। ਇਸ ਤੋਂ ਅੱਗੇ ਮੈਂ ਜਸਟ ਤੁਹਾਨੂੰ ਕੁਝ ਕਲੀਅਰ ਜਿਹੜਾ ਕਰਵਾਉਣਾ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸਣ ਜਾ ਰਿਹਾ। ਲਾਜ਼ ਵਾਲਾ ਕੰਮ ਜਿਹੜਾ ਹੈ ਸਾਡਾ ਉਹ ਬਿਲਕੁਲ ਜਿਹੜਾ ਹੈ ਉਹ ਕੰਪਲੀਟ ਹੈ। ਨਾਓ ਕੁਝ ਅਸੀਂ ਸਮਝਣਾ ਹੈ। ਮੰਨ ਲਓ ਕਿ ਸਰਫੇਸ ਇੱਕ ਸਾਡੇ ਕੋਲ ਕੀ ਹੈ ਹੋਰੀਜੈਂਟਲ ਸਰਫੇਸ, ਇਹਦੇ ਉੱਪਰ ਕੀ ਪਈ ਹੈ ਕੋਈ ਬੋਡੀ। ਇਸ ਬੋਡੀ ਦਾ ਸਾਰਾ weight ਕਿੱਧਰ ਹੋਏਗਾ ਨੀਚੇ ਨੂੰ, ਤੇ ਬੋਡੀ ਦੇ ਉੱਪਰ ਸਾਨੂੰ ਕੀ ਮਿਲੇਗਾ ਨਾਰਮਲ ਰਿਐਕਸ਼ਨ, ਤੇ ਸਾਡੇ ਕੋਲ ਬੇਟਾ R ਦੀ ਜਿਹੜੀ ਵੈਲਿਊ ਆਏਗੀ ਕਿਹਦੇ ਇਕੁਅਲ ਆਏਗੀ mg। R ਦੀ ਵੈਲਿਊ mg ਦੇ ਇਕੁਅਲ ਉਦੋਂ ਹੁੰਦੀ ਹੈ ਜਦੋਂ ਸਾਡੇ ਕੋਲ ਸਰਫੇਸ ਕਿਹੜਾ ਹੁੰਦਾ ਬੇਟਾ ਹੋਰੀਜੈਂਟਲ। ਇਨ ਕੇਸ ਸਾਡਾ ਜਿਹੜਾ ਸਰਫੇਸ ਹੈ ਬੇਟਾ ਉਹ ਹੈਗਾ ਇੰਕਲਾਈਨਡ। ਮੰਨ ਲਓ ਸਾਡੇ ਕੋਲ ਇੰਕਲਾਈਨਡ ਸਰਫੇਸ ਹੈ, ਇਹ ਤੁਹਾਡੇ ਬੇਟਾ ਬੜੀ ਕੰਮ ਦੀ ਚੀਜ਼ ਹੈ, ਇਹਨੂੰ ਯਾਦ ਰੱਖਣਾ ਹੈ। ਤੇ ਇਹ ਸਰਫੇਸ ਮੈਂ ਕਿਹੜਾ ਲੈ ਕੇ ਚੱਲਿਆ ਸੀਗਾ ਹੋਰੀਜੈਂਟਲ, ਬਿਲਕੁਲ ਸਿੱਧਾ ਜਿਹੜਾ ਸਰਫੇਸ ਹੈ। ਲਾਜ਼ ਕੰਪਲੀਟ ਨੇ, ਇਹ ਤੁਸੀਂ ਯਾਦ ਰੱਖਣੀ ਹੈ ਚੀਜ਼। ਮੰਨ ਲਓ ਇੰਕਲਾਈਨਡ ਸਰਫੇਸ ਹੈ ਤੇ ਇਹ ਸਾਡੀ ਜਿਹੜੀ ਹੈ ਇਹਦੇ ਉੱਪਰ ਬੋਡੀ ਪਈ ਹੈ। ਇਹਦੀ ਡਾਇਗਰਾਮ ਮੈਂ ਪਿਛਲੇ ਲੈਕਚਰ ਜਿਹੜਾ ਹੈ ਵਰਕ એનર્ਜੀ ਪਾਵਰ ਚੈਪਟਰ ਆਪਾਂ ਸਟੱਡੀ ਕਰ ਰਹੇ ਹਾਂ ਨਾ, ਉਹਦੇ ਵਿੱਚ ਵੀ ਆਪਾਂ ਸਟੱਡੀ ਕੀਤੀ ਸੀ। ਨਾਓ weight ਕਿੱਧਰ ਨੂੰ ਆਏਗਾ ਬੇਟਾ, weight ਆਏਗਾ ਬਿਲਕੁਲ ਡਾਊਨਵਰਡ mg। ਨਾਓ ਜੇ weight ਸਾਡਾ ਡਾਊਨਵਰਡ ਹੈ, weight ਦੇ ਅਸੀਂ 2 ਪਾਰਟਸ ਕੀਤੇ ਸੀ, ਯਾਦ ਕਰੋ ਇਹਦੀ ਰੈਜ਼ੋਲੂਸ਼ਨ ਕੀਤੀ ਸੀ। ਜੇ ਕਿਸੇ ਨੂੰ ਯਾਦ ਹੈ ਤੇ ਸੋਚੋ ਪਹਿਲਾਂ ਕਿ ਕਿਸ ਤਰ੍ਹਾਂ ਰੈਜ਼ੋਲੂਸ਼ਨ ਕਰਨੀ ਹੁੰਦੀ ਹੈ। ਉਹਦੀ ਟੇਲ ਤੇ ਜਾਈਦਾ ਹੈ, ਇਹਦੀ ਟੇਲ ਇੱਥੇ ਹੋ ਗਈ, ਇਹ ਸਾਡਾ ਸੈਂਟਰ ਤੋਂ weight ਵਰਟੀਕਲੀ ਡਾਊਨਵਰਡ। 2 ਪਰਪੈਂਡੀਕੂਲਰ ਲਾਈਨਸ ਡਰਾ ਕਰਨੀਆਂ ਹੈ। ਅੱਗੇ ਵੀ ਸਮਝਾਈ ਸੀ ਕਿ ਇੱਕ ਲਾਈਨ ਬਿਲਕੁਲ ਇੰਕਲਾਈਨਡ ਪਲੇਨ ਦੇ ਅਲੋਂਗ ਆਣੀ ਚਾਹੀਦੀ ਹੈ, ਬਿਲਕੁਲ ਇਹਦੇ ਪੈਰਲਲ। ਦੇਖੋ ਧਿਆਨ ਨਾਲ, ਬਿਲਕੁਲ ਪੈਰਲਲ ਆਏਗੀ। ਤੇ ਦੂਸਰੀ ਜਿਹੜੀ ਹੈ ਬਿਲਕੁਲ ਇਸ ਸਰਫੇਸ ਦੇ ਪਰਪੈਂਡੀਕੂਲਰ ਲਾਈਕ ਦਿਸ। ਜੇ ਇਸ ਤਰ੍ਹਾਂ ਹੈ ਬਿਲਕੁਲ ਪਰਪੈਂਡੀਕੂਲਰ ਆਏਗੀ ਲਾਈਕ ਦੀ। ਜੇ ਸਰਫੇਸ ਇਸ ਤਰ੍ਹਾਂ ਹੋਵੇ, ਮੰਨ ਲਓ ਜੇ ਇਸ ਤਰ੍ਹਾਂ ਸਰਫੇਸ ਹੈ ਫਿਰ ਪਰਪੈਂਡੀਕੂਲਰ ਲਾਈਨ ਇਸ ਤਰ੍ਹਾਂ ਆਏਗੀ। ਬਿਲਕੁਲ ਸਰਫੇਸ ਦੇ ਅਸੀਂ ਕੀ ਡਰਾ ਕਰਨੀ ਹੁੰਦੀ ਹੈ ਪਰਪੈਂਡੀਕੂਲਰ। ਨਾਓ ਇਹ ਐਂਗਲ ਸਾਡੇ ਕੋਲ ਥੀਟਾ ਹੈ ਤੇ ਆ ਵੀ ਐਂਗਲ ਜਿਹੜਾ ਹੈ ਸਾਡੇ ਕੋਲ ਥੀਟਾ ਆਏਗਾ। ਤੇ ਨਾਰਮਲ ਰਿਐਕਸ਼ਨ ਕਿਹੜਾ ਹੁੰਦਾ ਹੈ ਇਸ ਸਰਫੇਸ ਦੇ ਬਿਲਕੁਲ ਪਰਪੈਂਡੀਕੂਲਰ। ਆ ਦੇਖੋ 90 ਡਿਗਰੀ ਸਰਫੇਸ ਦੇ ਪਰਪੈਂਡੀਕੂਲਰ, ਤੇ ਮੇਰਾ ਸਰਫੇਸ ਦੇਖੋ ਆ ਵਾਲਾ ਹੈ ਤੇ ਇਹਦੇ ਬਿਲਕੁਲ ਪਰਪੈਂਡੀਕੂਲਰ ਆ ਸਾਡੇ ਕੋਲ ਆਏਗਾ ਨਾਰਮਲ ਰਿਐਕਸ਼ਨ। ਬਿਲਕੁਲ ਪਰਪੈਂਡੀਕੂਲਰ, ਬਿਲਕੁਲ ਇਹਦੇ ਆਪੋजिट। ਇਹ ਧਿਆਨ ਰੱਖਣਾ ਇੱਕੋ ਲਾਈਨ ਜੇ ਬਿਲਕੁਲ ਸਿੱਧੀ, ਤੇ ਜਿਹੜੇ ਪਾਸੇ ਐਂਗਲ ਬਣਦਾ ਹੈ ਉਸ ਪਾਸੇ ਸਾਡਾ ਕੰਪੋਨੈਂਟ mg cos, ਤੇ ਜਿਹੜੇ ਪਾਸੇ ਐਂਗਲ ਨਹੀਂ ਬਣਦਾ ਉਸ ਪਾਸੇ ਅਸੀਂ ਲਿਖਦੇ ਹਾਂ mg sin ਥੀਟਾ। ਇਹ ਰੈਜ਼ੋਲੂਸ਼ਨ ਕਰਕੇ ਦਿਖਾਈ ਹੈ ਤੁਹਾਡੀ weight ਦੀ ਇੰਕਲਾਈਨਡ ਪਲੇਨ ਦੇ ਉੱਤੇ। ਇੱਥੇ r ਬਿਲਕੁਲ mg ਦੇ ਇਕੁਅਲ ਹੈ। ਹੁਣ ਸੋਚੋ ਇੱਥੇ r ਕੀ ਦੇ ਇਕੁਅਲ ਹੋਏਗਾ, ਇੱਥੇ ਜਿਹੜਾ r ਦੀ ਜਿਹੜੀ ਸਾਡੀ ਵੈਲਿਊ ਆਏਗੀ it is mg cos theta। ਇਹ ਜੇ ਸਾਡੇ ਕੋਲ 2 r ਨੇ mg ਨੂੰ ਬੈਲੈਂਸ ਕਰਨਾ ਹੈ ਬਿਲਕੁਲ ਆਪੋजिट। ਇੱਥੇ r mg ਦੇ ਅਕੋਰਡਿੰਗ ਨਹੀਂ ਚੱਲੇਗਾ, ਇੱਥੇ r ਆਏਗਾ mg cos theta। ਇਟ ਮੀਨਸ ਜੇ ਸਾਡਾ ਸਰਫੇਸ ਹੋਰੀਜੈਂਟਲ ਹੋਏਗਾ ਤੇ ਉੱਥੇ ਅਸੀਂ r ਦੀ ਵੈਲਿਊ mg ਲਿਖਣੀ ਹੈ ਹਮੇਸ਼ਾ ਨਾਰਮਲ ਰਿਐਕਸ਼ਨ weight ਦੇ ਇਕੁਅਲ।
ਤੇ ਜੇ ਸਾਡਾ ਸਰਫੇਸ ਇੰਕਲਾਈਨਡ ਪਲੇਨ ਹੈ ਉਹਦੇ ਉੱਪਰ ਬਾਡੀ ਪਈ ਹੈ then what will be the value of r? The value of r will be equal to mg cos theta. ਇਸ ਡਾਇਗਰਾਮ ਦੇ ਵਿੱਚ ਬੇਟਾ ਇਹਨੂੰ ਜਿੰਨੀ ਪ੍ਰੈਕਟਿਸ ਹੋ ਸਕਦੀ ਹੈ ਕਰਿਆ ਕਰੋ ਤੇ ਇਸ ਡਾਇਗਰਾਮ 'ਚ ਮੈਨੂੰ ਆਹ ਦੱਸੋ ਜੇ ਮੈਂ ਇੱਥੋਂ ਬਾਡੀ ਨੂੰ ਛੱਡ ਦੇਵਾਂ ਤੇ ਬਾਡੀ ਨੀਚੇ ਨੂੰ ਤੁਰੀ ਆਏਗੀ ਤੇ ਦੱਸੋ ਸੋਚ ਕੇ ਜੇ ਬਾਡੀ ਨੀਚੇ ਨੂੰ ਆਏਗੀ ਤੇ ਇਹਨੂੰ ਨੀਚੇ ਨੂੰ ਲੈ ਕੇ ਆਉਣ ਵਾਲਾ ਕੌਣ, ਇਹਨੂੰ ਨੀਚੇ ਨੂੰ ਖਿੱਚਣ ਵਾਲਾ ਕੌਣ? ਤੁਹਾਡੇ ਕੋਲ ਤਿੰਨ ਫੋਰਸਿਸ ਨੇ mg sin, ਇੱਕ mg cos। ਇਹਦੇ ਵਿੱਚੋਂ ਕਿਹੜਾ ਜਿਹੜਾ ਰਿਸਪੌਂਸਿਬਲ ਹੈ ਫॉर ਦਾ ਡਾਊਨਵਰਡ ਮੋਸ਼ਨ ਆਫ ਦੀ ਬਾਡੀ ਔਨ ਦਾ ਇੰਕਲਾਈਨਡ ਪਲੇਨ? ਇਹਨੂੰ ਕੌਣ ਖਿੱਚੇਗਾ ਤੁਹਾਡੇ ਸਾਹਮਣੇ ਸਾਫ਼ ਕਲੀਅਰ ਹੈ। the mg sin ਥੀਟਾ ਕਰਕੇ ਬਾਡੀ ਜਿਹੜੀ ਹੈ ਉਹ ਨੀਚੇ ਨੂੰ ਆਏਗੀ ਤੇ ਜੇ ਮੈਂ ਬਾਡੀ ਨੂੰ ਉੱਪਰ ਨੂੰ ਖੜਨਾ ਹੋਵੇ ਤੇ ਮੈਨੂੰ ਫਿਰ ਫੋਰਸ ਘੱਟੋ ਘੱਟ ਕਿੰਨੀ ਲਗਾਣੀ ਪਏਗੀ? ਜਿੰਨੀ ਡਾਊਨਵਰਡ ਹੈ ਨਾ ਉਹਦੇ ਬਿਲਕੁਲ ਜਿਹੜੀ ਹੈ ਬਰਾਬਰ ਦੀ ਲਗਾਣੀ ਪਏਗੀ। ਮੈਨੂੰ ਇਹਦੇ ਇਕੁਅਲ ਜਿਹੜੀ ਹੈ ਫੋਰਸ ਲਗਾ ਕੇ ਘੱਟੋ ਘੱਟ ਉਹਨੂੰ ਉੱਪਰ ਨੂੰ ਲੈ ਕੇ ਜਾਣਾ ਪਏਗਾ। ਆਈ ਥਿੰਕ ਤੁਹਾਨੂੰ ਆ ਜਿਹੜੀ ਚੀਜ਼ ਕਲੀਅਰ ਹੋ ਗਈ। ਇਹ ਆਪਣੇ ਮਾਈਂਡ ਵਿੱਚ ਹਮੇਸ਼ਾ ਯਾਦ ਰੱਖਣੀ ਹੈ। ਓਕੇ ਬੇਟਾ, ਤੇ ਨੈਕਸਟ ਲੈਕਚਰ ਦੇ ਵਿੱਚ ਅਸੀਂ ਜਿਹੜੇ ਨੇ ਦੋ ਨਵੇਂ ਟੌਪਿਕਸ ਜਿਹੜੇ ਨੇ ਫੋਰਸ ਆਫ ਆਪਣਾ ਹੈਗਾ ਐਂਗਲ ਆਫ ਫ੍ਰਿਕਸ਼ਨ ਤੇ ਐਂਗਲ ਆਫ ਰਿਪੋਜ਼, ਦੋ ਟੌਪਿਕ ਅਸੀਂ ਸਟੱਡੀ ਕਰਨਾ ਹੈ। ਬਹੁਤ ਇੰਪੋਰਟੈਂਟ ਟੌਪਿਕਸ ਨੇ ਨੈਕਸਟ ਲੈਕਚਰ ਦੇ ਵੀ ਤੇ ਇਹ ਜਿਹੜਾ ਲਾਜ਼ ਪੜੇ ਨੇ ਇਹ ਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਨੈਕਸਟ ਵਾਲਾ ਟੌਪਿਕ ਵੀ ਜਿਹੜੇ ਦੋ ਪੜਾਂਗੇ ਕਾਫੀ ਹੀ ਸਾਡੇ ਇੰਪੋਰਟੈਂਟ ਹੋਣਗੇ ਤੇ ਦੈਨ ਥੈਂਕ ਯੂ।